ਗੁੱਡ ਮਾਰਨਿੰਗ ਆਲ। ਅੱਜ ਅਸੀਂ ਗੱਲ ਕਰਾਂਗੇ ਮੈਕਰੋਨਿਊਟ੍ਰੀਐਂਟ ਪ੍ਰੋਟੀਨ ਦੀ। ਜਿਹੜੀ ਸਾਡੀ ਇੰਡੀਅਨ ਡਾਈਟ ਹੈ, ਚਾਹੇ ਉਹ ਵੈਜੀਟੇਰੀਅਨ ਹੈ ਚਾਹੇ ਨਾਨ ਵੈਜੀਟੇਰੀਅਨ, ਪ੍ਰੋਟੀਨ ਦੀ ਡੈਫੀਸ਼ੀਐਂਸੀ ਅਕਸਰ ਦੇਖੀ ਜਾਂਦੀ ਹੈ। ਨਾਨ ਵੈਜੀਟੇਰੀਅਨ ਵੀ ਜਿਹੜੇ ਲੋਕ ਨੇ ਉਹ ਸਟ੍ਰਿਕਟਲੀ ਨਾਨ ਵੈਜੀਟੇਰੀਅਨ ਨਹੀਂ ਹੁੰਦੇ। ਨਾਨ ਵੈਜੀਟੇਰੀਅਨ ਦੀ ਜਿਹੜੀ ਕੰਜ਼ੰਪਸ਼ਨ ਹੈ ਸਾਡੀ ਇੰਡੀਅਨ ਡਾਈਟ ਦੇ ਵਿੱਚ ਉਹ 2 ਟਾਈਮਸ ਅ ਵੀਕ ਜਾਂ ਵਾਂਸ ਅ ਵੀਕ ਹੀ ਹੁੰਦੀ ਹੈ। ਇਸ ਕਰਕੇ ਈਵਨ ਇਨ ਨਾਨ ਵੈਜੀਟੇਰੀਅਨ ਪੀਪਲ ਵੀ ਸੀ ਦ ਡੈਫੀਸ਼ੀਐਂਸੀ ਆਫ ਪ੍ਰੋਟੀਨ ਵੈਰੀ ਕਾਮਨਲੀ। ਸੋ ਅੱਜ ਲੋੜ ਹੈ ਸਾਨੂੰ ਇਸ ਮੈਕਰੋਨਿਊਟ੍ਰੀਐਂਟ ਬਾਰੇ ਗੱਲ ਕਰਨ ਦੀ, ਇਸ ਨੂੰ ਜਾਣਨ ਦੀ, ਕੀ ਹੁੰਦਾ ਹੈ, ਕਿੱਥੋਂ ਸਾਨੂੰ ਇਹ ਪ੍ਰੋਟੀਨ ਮਿਲਦਾ ਹੈ ਤੇ ਸਾਡੀ ਬਾਡੀ 'ਚ ਇਹ ਕੀ ਕੰਮ ਕਰਦਾ ਹੈ, ਕਿੰਨੀ ਕੁਆਂਟੀਟੀ 'ਚ ਖਾਣਾ ਹੈ, ਕਿਸ ਕੁਆਲਿਟੀ 'ਚ ਖਾਣਾ ਹੈ। Now what are proteins basically? ਪ੍ਰੋਟੀਨ ਸਾਡੀ ਬਾਡੀ ਦੇ ਬਿਲਡਿੰਗ ਬਲੌਕਸ ਹਨ। ਪ੍ਰੋਟੀਨਸ ਬਣੇ ਹੁੰਦੇ ਨੇ ਅਮੀਨੋ ਐਸਿਡ ਸੇ। ਇੱਥੇ ਮੈਂ ਇੱਕ ਐਗਜ਼ਾਮਪਲ ਦਿੰਦੀ ਹਾਂ, ਜਿਸ ਤਰ੍ਹਾਂ ਇੱਕ ਘਰ ਹੈ। ਘਰ ਕਿਸ ਤਰ੍ਹਾਂ ਬਣਦਾ ਹੈ? ਕੰਧਾਂ ਦੇ ਨਾਲ। ਕੰਧਾਂ ਬਣਦੀਆਂ ਨੇ ਇੱਟਾਂ ਨਾਲ। ਇੱਕ ਇੱਕ ਇੱਟ ਜੁੜਦੀ ਹੈ ਤਾਂ ਕੰਧ ਖੜੀ ਹੁੰਦੀ ਹੈ ਤੇ ਕੰਧਾਂ ਨਾਲ ਘਰ ਬਣਦਾ ਹੈ। ਇਸੇ ਤਰ੍ਹਾਂ ਸਾਡੀ ਬਾਡੀ ਦਾ ਸਿਸਟਮ ਹੈ। ਅਮੀਨੋ ਐਸਿਡ ਜਿਹੜੇ ਨੇ ਉਹ ਜੁੜਦੇ ਨੇ ਤਾਂ ਸਾਡੀ ਬਾਡੀ ਦੇ ਵਿੱਚ ਸੈੱਲ ਬਣਦੇ ਨੇ। ਸੈੱਲ ਤੋਂ ਟਿਸ਼ੂ ਬਣਦਾ ਹੈ, ਟਿਸ਼ੂ ਤੋਂ ਆਰਗਨਸ ਬਣਦੇ ਨੇ ਤੇ ਆਰਗਨ ਤੋਂ ਸਾਡੀ ਬਾਡੀ ਦੇ ਸਿਸਟਮਸ ਬਣਦੇ ਨੇ। ਤੇ ਜਦੋਂ ਉਹ ਸਿਸਟਮ ਸਹੀ ਹੋਵੇ ਸਾਡੀ ਬਾਡੀ ਦੇ ਸਾਰੇ, ਤਾਂ ਸਾਡੀ ਬਾਡੀ ਐਫੀਸ਼ੀਐਂਟਲੀ ਕੰਮ ਕਰਦੀ ਹੈ ਤੇ ਗੁੱਡ ਹੈਲਥ ਦੇ ਵਿੱਚ ਹੁੰਦੀ ਹੈ। So one can say here that protein are the specialized nutrients because they do specialized functions in our body. ਕਿਸ ਤਰ੍ਹਾਂ ਦੇ ਕੰਮ ਪ੍ਰੋਟੀਨ ਕਰਦੀ ਹੈ ਸਾਡੀ ਬਾਡੀ ਦੇ ਵਿੱਚ? ਮਸਲ ਬਿਲਡਿੰਗ ਦਾ, ਸੈੱਲ ਇੰਟੀਗ੍ਰਿਟੀ ਬਣਾਉਂਦੀ ਹੈ, ਇਮਿਊਨਿਟੀ ਇਨਕਰੀਜ਼ ਕਰਦੀ ਹੈ ਪ੍ਰੋਟੀਨ ਸਾਡੀ ਬਾਡੀ ਦੇ ਵਿੱਚ। ਤੇ ਜਿੰਨੇ ਵੀ ਸਾਡੀ ਬਾਡੀ ਦੇ ਵਿੱਚ ਮੈਟਾਬੋਲਿਕ ਪ੍ਰੋਸੈਸਸ ਹੋ ਰਹੇ ਨੇ, ਮੈਟਾਬੋਲਿਜ਼ਮ ਹੋ ਰਹੀ ਹੈ, ਉਹਨਾਂ ਦੇ ਵਿੱਚ ਪ੍ਰੋਟੀਨ ਬਹੁਤ ਸਹਾਇਕ ਹੁੰਦੇ ਨੇ। ਔਰ ਜਿੰਨੇ ਵੀ ਰੈਗੂਲੇਟਰੀ ਫੰਕਸ਼ਨ ਸਾਡੀ ਬਾਡੀ ਦੇ ਵਿੱਚ ਹੋ ਰਹੇ ਨੇ, ਉਹਨਾਂ ਦੇ ਵਿੱਚ ਵੀ ਪ੍ਰੋਟੀਨ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਹੁਣ ਅਸੀਂ ਜਾਣਨਾ ਹੈ ਕਿ ਸਾਨੂੰ ਪ੍ਰੋਟੀਨ ਦੀ ਇੰਪੋਰਟੈਂਸ ਬਾਰੇ ਥੋੜ੍ਹਾ ਜਿਹਾ ਅਸੀਂ ਜਾਣ ਲਿਆ, ਪਰ ਹੁਣ ਲੋੜ ਹੈ ਕਿ ਅਸੀਂ ਇਹ ਕਿਸ ਤਰ੍ਹਾਂ ਲੈਣੇ ਨੇ, ਕਿੰਨੀ ਕੁਆਂਟੀਟੀ 'ਚ ਲੈਣੇ ਆ ਤੇ ਕਿਸ ਕੁਆਲਿਟੀ ਦੇ ਸਾਡੇ ਪ੍ਰੋਟੀਨ ਹੋਣੇ ਚਾਹੀਦੇ ਨੇ। ਸੋ ਜੇ ਮੈਂ ਕੁਆਂਟੀਟੀ ਦੀ ਗੱਲ ਕਰਾਂ ਤਾਂ ਕੁਆਂਟੀਟੀ ਮੀਨਸ ਪਰ ਡੇ ਅਸੀਂ ਕਿੰਨਾ ਪ੍ਰੋਟੀਨ ਖਾਣਾ ਹੈ। ਸੋ ਨਾਰਮਲੀ ਔਰ ਆਈਡਲੀ ਵੀ ਸੇ that one should intake 1 gram of protein per kg body weight. 1 ਕਿਲੋ ਸਾਡੀ ਬਾਡੀ ਦੇ ਭਾਰ ਪਿੱਛੇ ਸਾਨੂੰ 1 ਗ੍ਰਾਮ ਪ੍ਰੋਟੀਨ ਖਾਣਾ ਹੈ। ਬਟ ਅਗੇਨ ਦਿਸ ਡਿਪੈਂਡਸ ਔਨ ਵੇਰੀਅਸ ਫੈਕਟਰਸ। ਫॉर ਐਗਜ਼ਾਮਪਲ ਏਜ, ਸੈਕਸ, ਵੈਦਰ ਵੀ ਆਰ ਮੇਲ ਔਰ ਫੀਮੇਲ, ਦੈਨ ਸਾਡੀ ਬਾਡੀ ਦੀ ਫਿਜ਼ੀਕਲ ਐਕਟੀਵਿਟੀ ਕੀ ਹੈ। ਮੰਨ ਲਓ ਅਸੀਂ ਸੈਡੈਂਟਰੀ ਵਰਕਰ ਹਾਂ, ਬਹੁਤ ਹਲਕਾ ਕੰਮ ਕਰਨ ਵਾਲੇ ਹਾਂ, ਜਾਂ ਅਸੀਂ ਮੋਡਰੇਟ ਵਰਕਰਸ ਹਾਂ, ਦਰਮਿਆਨਾ ਕੰਮ ਕਰਦੇ ਹਾਂ, ਜਾਂ ਅਸੀਂ ਹੈਵੀ ਵਰਕਰਸ ਹਾਂ ਜਿਹੜਾ ਭਾਰੀ ਕੰਮ ਕਰਦੇ ਨੇ। ਸੋ ਉਸ 'ਤੇ ਵੀ ਡਿਪੈਂਡ ਕਰਦੀ ਹੈ ਪ੍ਰੋਟੀਨ ਦੀ ਕੁਆਂਟੀਟੀ। ਔਰ ਫਾਈਨਲੀ ਪ੍ਰੋਟੀਨ ਦੀ ਕੁਆਂਟੀਟੀ ਡਿਪੈਂਡ ਕਰਦੀ ਹੈ ਸਾਡੀ ਬਾਡੀ ਦੇ ਫਿਜ਼ੀਓਲੋਜੀਕਲ ਸਟੇਟ 'ਤੇ। ਮੀਨਸ ਵੈਦਰ ਵੀ ਆਰ ਸਪੋਰਟਸ ਪਰਸਨਸ ਔਰ ਅਗਰ ਵੂਮਨ ਹੈ, ਨੋਰਮਲ ਵੂਮਨ ਨੇ ਜਾਂ ਪ੍ਰੈਗਨੈਂਟ ਨੇ ਜਾਂ ਲੈਕਟੇਟਿੰਗ ਮਦਰਸ ਨੇ। ਸੋ ਇਹ ਸਾਰੀਆਂ ਕੰਡੀਸ਼ਨਸ ਦੇ ਉੱਤੇ ਪ੍ਰੋਟੀਨ ਦੀ ਰਿਕੁਆਇਰਮੈਂਟ ਹੈ ਡਿਪੈਂਡ ਕਰਦੀ। ਨਾਓ ਕਮਿੰਗ ਟੂ ਦ ਕੁਆਲਿਟੀ ਆਫ ਪ੍ਰੋਟੀਨ। ਨਾਓ ਵੈਨ ਵੀ ਸੇ ਕੁਆਲਿਟੀ ਮੀਨਸ we categorize protein into 2 basically categories. First are the complete proteins and second is the partially complete proteins. So complete proteins ਉਹ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਮੀਨੋ ਐਸਿਡਸ ਸਾਰੇ ਦੇ ਸਾਰੇ ਪਾਏ ਜਾਂਦੇ ਨੇ। ਉਹਨਾਂ ਨੂੰ ਅਸੀਂ ਸਟੈਂਡਰਡ ਪ੍ਰੋਟੀਨਸ ਕਹਿੰਦੇ ਆ ਜਾਂ ਐਕਸਲੈਂਟ ਕੁਆਲਿਟੀ ਆਫ ਪ੍ਰੋਟੀਨਸ ਕਹਿ ਦਿੰਦੇ ਆ। ਔਰ ਅਮੀਨੋ ਐਸਿਡਸ ਦੀ ਅਗਰ ਮੈਂ ਗੱਲ ਕਰਾਂ, ਟੋਟਲ ਵੀ ਹੈਵ 23 ਅਮੀਨੋ ਐਸਿਡਸ, ਜਿਹਦੇ ਵਿੱਚੋਂ 9 ਅਸੈਂਸ਼ੀਅਲ ਹੁੰਦੇ ਨੇ ਤੇ ਰੈਸਟ 13 ਅਮੀਨੋ ਐਸਿਡਸ ਜਿਹੜੇ ਨੇ ਉਹ ਨਾਨ ਅਸੈਂਸ਼ੀਅਲ ਹੁੰਦੇ ਨੇ। ਸੋ ਉਹ ਪ੍ਰੋਟੀਨਸ ਜਿਨ੍ਹਾਂ ਦੇ ਵਿੱਚ ਇਹ ਸਾਰੇ ਦੇ ਸਾਰੇ 23 ਅਮੀਨੋ ਐਸਿਡਸ ਪਾਏ ਜਾਂਦੇ ਨੇ, ਦੇ ਆਰ ਕਾਲਡ ਐਸ ਕੰਪਲੀਟ ਪ੍ਰੋਟੀਨਸ। ਐਗਜ਼ਾਮਪਲਸ ਇਹਦੇ 'ਚ ਆ ਜਾਂਦੇ ਨੇ, ਮਿਲਕ ਇਜ਼ ਦੇਅਰ, then we have egg is there which is excellent quality protein, then we have non vegetarian sources ਦੇ ਵਿੱਚ ਸਾਡੇ ਕੋਲ ਆ ਜਾਂਦੇ ਨੇ, ਫਿਸ਼ ਆ ਜਾਂਦੀ ਹੈ, ਲੀਨ ਮੀਟਸ ਆ ਜਾਂਦੇ ਨੇ, ਲੀਨ ਚਿਕਨ ਆ ਜਾਂਦਾ ਹੈ। ਐਂਡ ਈਵਨ ਅਗਰ ਆਪਾਂ ਵੈਜੀਟੇਰੀਅਨ ਸੋਰਸਿਸ ਦੀ ਗੱਲ ਕਰੀਏ ਤਾਂ ਸੋਇਆਬੀਨ ਇਜ਼ ਐਨ ਐਕਸਲੈਂਟ ਕੁਆਲਿਟੀ ਆਫ ਪ੍ਰੋਟੀਨ। ਹੁਣ ਆ ਜਾਂਦੇ ਨੇ ਪਾਰਸ਼ਲੀ ਕੰਪਲੀਟ ਪ੍ਰੋਟੀਨਸ। ਪਾਰਸ਼ਲੀ ਕੰਪਲੀਟ ਪ੍ਰੋਟੀਨਸ ਉਹ ਨੇ ਜਿਨ੍ਹਾਂ ਦੇ ਵਿੱਚ ਸਾਰੇ ਦੇ ਸਾਰੇ ਅਮੀਨੋ ਐਸਿਡਸ ਨਹੀਂ ਹੁੰਦੇ। ਪਲਸਿਸ ਇਹਨਾਂ ਦੇ ਵਿੱਚ ਜ਼ਿਆਦਾ ਆਉਂਦੇ ਨੇ। ਪਲਸਿਸ ਵੀ ਹੈਵ, ਦੈਨ ਨਟਸ ਆਲਸੋ, they come under the category of partially complete proteins. So then what we should do? The question here arises. So we should take in combination of both these forms, that is complete and partially complete proteins. So ਜਦੋਂ ਅਸੀਂ ਇਹਨਾਂ ਨੂੰ ਪੂਰੀ
ਆਪਣੀ ਡਾਈਟ ਦੇ ਵਿੱਚ ਦੋਨੋਂ ਕੈਟਾਗਰੀਜ਼ ਦੇ ਸੋਰਸਸ ਇਨਕਲੂਡ ਕਰਦੇ ਆ ਤਾਂ ਸਾਡੀ ਬਾਡੀ ਇੱਕ ਪੋਜੀਸ਼ਨ ਵਿੱਚ ਆ ਜਾਂਦੀ ਹੈ ਜਾਂ ਬਾਡੀ ਦੇ ਵਿੱਚ ਇੱਕ ਰੇਸ਼ੋ ਕ੍ਰੀਏਟ ਹੋ ਜਾਂਦੀ ਹੈ, ਇੱਕ ਪ੍ਰੋਪਰ ਮੈਟਾਬੋਲਿਕ ਸਟੇਟ ਆਉਂਦਾ ਹੈ ਜਿਹਦੇ ਵਿੱਚ ਇਹ ਪ੍ਰੋਟੀਨ ਪ੍ਰੋਪਰਲੀ ਸਾਡੀ ਬਾਡੀ ਦੇ ਵਿੱਚ ਯੂਟਿਲਾਈਜ਼ ਹੁੰਦੀਆਂ ਨੇ ਜਾਂ ਐ ਕਹਿ ਲਓ ਕਿ ਬਾਡੀ ਦੇ ਵਿੱਚ ਅਸਿਮੀਲੇਟ ਹੁੰਦੀਆਂ ਨੇ। ਸੋ ਅਗਰ ਅਸੀਂ ਇੰਡੀਅਨ ਥਾਲੀ ਦੀ ਗੱਲ ਕਰੀਏ, ਸਾਡੀ ਇੰਡੀਅਨ ਪਲੇਟ ਦੀ ਗੱਲ ਕਰੀਏ, ਸੋ ਉੱਥੇ ਮੈਂ ਥੋੜਾ ਜਿਹਾ ਤੁਹਾਨੂੰ ਦੁਬਾਰਾ ਇਸ ਨੂੰ ਇਲੈਬੋਰੇਟ ਕਰਦੀ ਹਾਂ ਕਿ ਸਾਡੀ ਇੰਡੀਅਨ ਥਾਲੀ ਜਾਂ ਇੰਡੀਅਨ ਪਲੇਟ ਹੈ that is divided in 4 equal parts as I always say. Half of the plate should be your vegetables in the cooked form as well as in the raw form, and 1/4 of the plate, as I always say, it should have good quantity and quality of protein, and 1 part should be a rationed carbohydrate. Now how we can take protein in a proper balanced form? So good quality and quantity of protein taken with good quality of fiber along with rationed amount of carbohydrates, that is the best what we can include in our diet to make a proper balance in our body, so that a body can utilize, or you can say assimilate the proteins in a better way. Now what we commonly see that proteins, they do so many regulatory functions in the body, but sometimes it happens like sometimes the metabolic end products they are formed when they are formed in our body, they create some kind of imbalance. ਸੋ ਉਹ ਜਿਹੜਾ ਇੰਬੈਲੈਂਸ ਕ੍ਰੀਏਟ ਹੁੰਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਲਿਵਰ ਹੈ ਜਾਂ ਸਾਡਾ ਜਿਹੜਾ ਕਿਡਨੀਜ਼ ਨੇ, ਇਹ ਦੋ ਆਰਗਨਸ ਐਸੇ ਨੇ ਕਿ ਇਹਨਾਂ ਨੂੰ ਧੱਕਾ ਵੱਜਦਾ ਹੈ, ਇਹਨਾਂ ਨਾਲ ਅਤਿਆਚਾਰ ਹੁੰਦਾ ਹੈ, ਜਾਂ ਕਹਿ ਲਓ ਇਹਨਾਂ ਨੂੰ ਦੇ ਆਰ ਅਬਿਊਜ਼ਡ, ਟੌਰਚਰ ਕੀਤਾ ਜਾਂਦਾ ਹੈ। ਔਰ ਇਹ ਆਰਗਨਸ ਐਸੇ ਨੇ ਕਿ ਇਹ ਛੇਤੀ ਸਿੰਪਟਮਸ ਸ਼ੋ ਨਹੀਂ ਕਰਦੇ, ਸਿੰਪਟਮਸ ਬਾਹਰ ਨਹੀਂ ਆਉਂਦੇ, ਮੀਨਸ ਦੇ ਡੂ ਨਾਟ ਟੈਲ ਅਸ ਐਨੀਥਿੰਗ that they are suffering from an abuse. But over a couple of period of time, say after few years, they are in a better position to tell us that we are getting abuse. ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਬਾਡੀ ਦੇ ਵਿੱਚ ਕਿਸ ਤਰ੍ਹਾਂ ਇੰਬੈਲੈਂਸ ਕ੍ਰੀਏਟ ਹੋ ਗਿਆ ਹੈ ਔਰ ਜੋ ਮੈਟਾਬੋਲਿਜ਼ਮ ਸਾਡੀ ਬਾਡੀ ਦੇ ਵਿੱਚ ਹੋ ਰਹੀ ਹੈ ਉਹ ਸਹੀ ਨਹੀਂ ਹੋ ਰਹੀ ਹੈ। ਸੋ ਮੈਂ ਸਮਝਦੀ ਹਾਂ ਕਿ ਹਾਰਟ ਨਾਲੋਂ ਵੀ ਜ਼ਿਆਦਾ ਇਹ ਦੋ ਆਰਗਨਸ ਜਿਹੜੇ ਨੇ, ਲਿਵਰ ਅਤੇ ਕਿਡਨੀਜ਼, ਇਹ ਇੱਕ ਐਸੇ ਆਰਗਨਸ ਨੇ ਜਿਨ੍ਹਾਂ ਦੇ ਨਾਲ ਮੈਟਾਬੋਲਿਜ਼ਮ ਜਦੋਂ ਸਾਡੀ ਬਾਡੀ 'ਚ ਸਹੀ ਨਹੀਂ ਹੁੰਦੀ ਤਾਂ ਧੱਕਾ ਕੀਤਾ ਜਾਂਦਾ ਹੈ। ਸੋ ਇੱਥੇ ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਕੁਆਲਿਟੀ ਆਫ ਪ੍ਰੋਟੀਨ ਆਪਣੀ ਡਾਈਟ ਸਹੀ ਰੱਖਾਂਗੇ, ਪ੍ਰੋਪਰ ਕੰਪਲੀਟ ਪ੍ਰੋਟੀਨਸ ਲਵਾਂਗੇ, ਤਾਂ ਉਹਦੇ ਨਾਲ ਸਾਡੇ ਜਿਹੜੇ ਐਂਡ ਪ੍ਰੋਡਕਟਸ ਨੇ ਬਾਡੀ ਦੇ ਮੈਟਾਬੋਲਿਜ਼ਮ ਦੇ ਜਿਹੜੇ ਰਿਜ਼ਲਟਸ ਨੇ ਉਹ ਇੱਕ ਸਹੀ ਰੇਸ਼ੋ ਜਾਂ ਇੱਕ ਸਹੀ ਬੈਲੈਂਸ ਸਾਡੀ ਬਾਡੀ 'ਚ ਕ੍ਰੀਏਟ ਹੋਏਗਾ, ਵਿਚ ਵਿਲ do not put any harm to our liver and also to our kidneys. Now we come to the question that shall we overdo proteins or shall we underdo proteins? So here I always say neither we should underdo proteins nor we should overdo proteins. Overdoing means we see commonly some people take excess of protein in their diet, in breakfast, in lunch and dinner. That is also not a good choice, because excess of protein ਜਦੋਂ ਅਸੀਂ ਆਪਣੀ ਡਾਈਟ 'ਚ ਲਵਾਂਗੇ ਤਾਂ ਉਹ excess protein ਦਾ ਜਦੋਂ ਮੈਟਾਬੋਲਿਜ਼ਮ ਹੁੰਦਾ ਹੈ ਤਾਂ ਕੁਝ ਐਸੇ ਮੈਟਾਬੋਲਿਕ ਪ੍ਰੋਡਕਟਸ ਬਣਦੇ ਨੇ ਜਿਹੜੇ ਕਿ ਟੌਕਸਿਕ ਹੈਗੇ ਨੇ, ਮੀਨਸ ਦੇ ਕ੍ਰੀਏਟ ਐਨ ਇੰਬੈਲੈਂਸ, ਜਿਹਦੀ ਮੈਂ ਹੁਣੇ ਗੱਲ ਕਰਕੇ ਹਟੀ ਹਾਂ। ਇੱਕ ਐਸੀ ਰੇਸ਼ੋ ਕ੍ਰੀਏਟ ਹੁੰਦੀ ਹੈ ਵਿਚ ਇਜ਼ ਨਾਟ ਐਨ ਆਈਡੀਅਲ ਰੇਸ਼ੋ ਫॉर ਆਵਰ ਲਿਵਰ ਐਂਡ ਆਲਸੋ ਫॉर ਆਵਰ ਕਿਡਨੀਜ਼। So how should we take the proteins? We should take good quantity as well as good quality of protein throughout the day. Protein ਦਾ ਜਿਹੜਾ ਸਾਡਾ intake ਹੈ ਉਹ ਸਾਰੇ ਦਿਨ ਦੇ ਵਿੱਚ equally distributed ਹੋਣਾ ਚਾਹੀਦਾ, in the breakfast, in the lunch, in the dinner and also in between. In between means when we are taking some kind of snacks. ਔਰ ਇੱਥੇ ਮੈਂ ਇੱਕ ਗੱਲ ਹੋਰ ਸ਼ੇਅਰ ਕਰਾਂ ਕਿ ਜਦੋਂ ਅਸੀਂ ਬ੍ਰੇਕਫਾਸਟ ਦੇ ਵਿੱਚ, ਪਾਰਟਿਕੂਲਰਲੀ ਬ੍ਰੇਕਫਾਸਟ ਤੇ ਡਿਨਰ, ਇਹਨਾਂ ਦੋਨੋਂ ਮੀਲਸ ਦੇ ਵਿੱਚ ਸਾਡੀ ਪ੍ਰੋਟੀਨ ਦੀ ਕੁਆਲਿਟੀ ਤੇ ਕੁਆਂਟੀਟੀ ਬਹੁਤ ਅੱਛੀ ਹੋਣੀ ਚਾਹੀਦੀ ਹੈ, ਬਿਕੋਜ਼ ਜਦੋਂ ਅਸੀਂ ਬ੍ਰੇਕਫਾਸਟ ਦੇ ਵਿੱਚ ਅੱਛੀ ਕੁਆਲਿਟੀ ਦੇ ਪ੍ਰੋਟੀਨਸ ਇਨਕਲੂਡ ਕਰਦੇ ਹਾਂ ਤੇ ਕੁਆਂਟੀਟੀ ਵੀ ਸਹੀ ਰੱਖਦੇ ਹਾਂ ਤਾਂ ਸਾਡੇ ਜਿਹੜੇ ਬਲੱਡ ਦੇ ਸ਼ੂਗਰ ਲੈਵਲਸ ਨੇ ਉਹ ਬਹੁਤ ਜ਼ਿਆਦਾ ਰਾਈਜ਼ ਨਹੀਂ ਹੁੰਦੇ, ਆਰ ਬਲੱਡ ਸ਼ੂਗਰ ਲੈਵਲਸ ਗੈਟ ਕੰਟਰੋਲਡ। ਐਂਡ ਸੇਮ ਇਜ਼ ਦ ਡਿਨਰ, ਅਗਰ ਅਸੀਂ ਡਿਨਰ 'ਚ ਵੀ ਪ੍ਰੋਟੀਨ ਦੀ ਕੁਆਂਟੀਟੀ ਐਜ਼ ਵੈਲ ਐਜ਼ ਕੁਆਲਿਟੀ ਨੂੰ ਸਹੀ ਰੱਖਦੇ ਹਾਂ ਤਾਂ ਐਟ ਨਾਈਟ ਆਪਰ ਬਲੱਡ ਸ਼ੂਗਰ ਲੈਵਲਸ ਡੋਂਟ ਸਪਾਈਕ ਟੂ ਦੈਟ ਐਕਸਟੈਂਟ। And here I would also like to share one thing, that if we are doing any kind of physical activity, ਜਾਂ ਅਸੀਂ ਕੋਈ ਨਾ ਕੋਈ ਸਵੇਰੇ ਵਰਕਆਊਟ ਕਰਦੇ ਹਾਂ, ਜਿਮ ਜਾਂਦੇ ਹਾਂ ਜਾਂ ਐਕਸਰਸਾਈਜ਼ ਕਰਦੇ ਹਾਂ ਜਾਂ ਵਾਕਿੰਗ, ਜੋਗਿੰਗ, ਵਟਐਵਰ, ਸੋ ਪੋਸਟ ਵਰਕਆਊਟ ਤੋਂ ਬਾਅਦ ਜਿਹੜੀ ਸਾਡੀ ਪਹਿਲੀ ਮੀਲ ਹੁੰਦੀ ਹੈ ਦਿਨ ਦੀ, ਉਹਦੇ ਵਿੱਚ ਅੱਛੀ ਕੁਆਲਿਟੀ ਤੇ ਕੁਆਂਟੀਟੀ ਪ੍ਰੋਟੀਨ ਦੀ ਹੋਣੀ ਬਹੁਤ ਜ਼ਰੂਰੀ ਹੈ।
ਵਾਈ ਬਿਕੋਜ਼ ਉਹ ਪ੍ਰੋਟੀਨ ਤੁਹਾਡੀ ਬੋਡੀ ਦੇ ਵਿੱਚ ਮਸਲਸ ਦੀ ਰਿਪੇਅਰ ਬਹੁਤ ਬੈਟਰ ਤਰੀਕੇ ਨਾਲ ਕਰਦੀ ਹੈ, ਇਸ ਕਰਕੇ ਉਹ ਜ਼ਰੂਰੀ ਹੈ। So to summarize all this, one should have good quantity as well as good quality of protein combined with good amount of fiber in the form of vegetables and also in the form of rationed cereals, and also with rationed amount of carbohydrate. So ਅਗਰ ਅਸੀਂ ਆਪਣੀ ਡਾਈਟ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਸਹੀ ਕਰ ਲਾਂਗੇ, ਮੈਂ ਰਿਪੀਟ ਕਰਦੀ ਹਾਂ, good quality and quantity of protein, second good amount of fiber in the form of vegetables, and third good not good I should say a rationed limited amount of carbohydrates. So ਇਹ combine ਕਰਕੇ along with adequate amount of water, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਆਪਣੀ ਹਾਈਡਰੇਸ਼ਨ ਬਾਡੀ ਦੀ ਸਹੀ ਰੱਖਣੀ ਚਾਹੀਦੀ ਹੈ। ਸੋ ਅਗਰ ਅਸੀਂ 2-3 ਚੀਜ਼ਾਂ ਆਪਣੀ ਡਾਈਟ ਦੇ ਵਿੱਚ ਇਨਕਲਕੇਟ ਕਰਦੇ ਹਾਂ, then we can keep our health in a better position. So stay fit and healthy.